ਰਾਮਦਾਸ। ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਿਸਮੈ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਪ੍ਰਾਨੀ ਰਾਮ ਨ ਚੇਤਈ ਮਧ ਮਾਇਆ ਕੈ ਅੰਧ। ਕਹੋ ਨਾਨਕ ਹਰਿ ਭਜਨ ਬਿਨ ਪਰਤ ਤਾਹੇ ਜਮ ਫੰਧ। ਪ੍ਰਾਨੀ ਰਾਮ ਨ ਚੇਤਈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ, ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਮਹਾਨ ਪਵਿੱਤਰ ਆਗਮਨ ਗੁਰਪੁਰਬ 400 ਸਾਲਾ ਸ਼ਤਾਬਦੀ ਗੁਰਪੁਰਬ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਚਾਅ ਦੇ ਨਾਲ ਮਨਾ ਰਹੀਆਂ ਹਨ। ਅਸੀਂ ਮਹਾਰਾਜ ਜੀ ਦੇ ਲੜੀਵਾਰ ਸ਼ਲੋਕਾਂ ਦੀ ਕਥਾ ਜੋ ਹੈ ਉਹ ਸਤਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਦੇ ਨਾਲ ਆਰੰਭ ਕੀਤੀ ਹੈ। ਆਪ ਜੀ ਬੜੇ ਪਿਆਰ ਨਾਲ ਪਿਛਲੇ ਦਿਨਾਂ ਤੋਂ ਮਹਾਰਾਜ ਜੀ ਦੀ ਪਵਿੱਤਰ ਪਾਵਨ ਕਥਾ ਨੂੰ ਸਰਵਣ ਕਰ ਰਹੇ ਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਕਥਾ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਜੇ ਬਹੁਤ ਡੂੰਘੇ ਜਾਇਆ ਜਾਵੇ, ਵਿਚਾਰ ਕੀਤੀ ਜਾਵੇ, ਹਜ਼ੂਰ ਮਹਾਰਾਜ ਜੀ ਦੀ ਬਾਣੀ ਦੀ ਕਥਾ ਨਹੀਂ ਹੋ ਸਕਦੀ। ਕਥਾ ਉਹ ਕਰੇ ਜੋ ਕਥਾ ਵਿੱਚ ਪੂਰਾ ਹੋਵੇ। ਸਾਧ ਸੰਗਤ ਜੀ, ਅਸੀਂ ਜੀਵ ਹਾਂ, ਬਹੁਤ ਅਧੂਰੇ ਹਾਂ, ਬਹੁਤ ਸਾਡੇ ਕੋਲੋਂ ਭੁੱਲਾਂ ਹੁੰਦੀਆਂ ਹਨ, ਸੰਸਾਰ ਵਿੱਚ ਵਿਚਰਦੇ ਹਾਂ। ਫਿਰ ਵੀ ਚਲੋ ਮਹਾਰਾਜ ਜੀ ਦੀ ਬਾਣੀ ਦੇ ਅਰਥ ਵਿਚਾਰਨ ਦੇ ਨਾਲ ਕੁਝ ਨਾ ਕੁਝ ਤਾਂ ਮਨ ਨੂੰ ਜੋ ਹੈ ਉਹ ਸੇਧ ਪ੍ਰਾਪਤ ਹੁੰਦੀ ਹੈ। ਸੋ ਆਪਾਂ ਮਹਾਰਾਜ ਜੀ ਦੀ ਪਵਿੱਤਰ ਕਥਾ ਉਸ ਨੂੰ ਸਰਵਣ ਕਰਨਾ ਹੈ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਮਹਾਰਾਜ ਸਾਹਿਬ ਜੀ ਨੇ ਸਿੱਖਿਆ ਦਿੱਤੀ, ਭਾਈ ਜੇ ਤੂੰ ਸਦਾ ਦਾ ਹੀ ਸੁੱਖ ਚਾਹੁੰਦਾ ਹੈ, ਉਹ ਸੁੱਖ ਚਾਹੁੰਦਾ ਹੈ ਜਿਸ ਸੁੱਖ ਦਾ ਕਦੀ ਨਾਸ ਨਾ ਹੋਵੇ, ਉਹ ਸੁੱਖ ਚਾਹੁੰਦਾ ਹੈ ਜਿਹੜਾ ਸੁੱਖ ਕਦੀ ਮੁੱਕੇ ਹੀ ਨਾ, ਤੇ ਮਹਾਰਾਜ ਕਹਿੰਦੇ ਫਿਰ ਰਾਮ ਦੀ ਸ਼ਰਨ ਵਿੱਚ ਪੈ ਜਾ, ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ, ਸ੍ਰੀ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਪੈ ਜਾ, ਤੇਰਾ ਬੜਾ ਭਲਾ ਹੋਵੇਗਾ। ਸੋ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ, ਬੜੇ ਬੜੇ ਸਿੱਖ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਏ, ਗੁਰੂ ਜੀ ਦੀ ਸ਼ਰਨ ਵਿੱਚ ਪੈ ਗਏ, ਸਦਾ ਵਾਸਤੇ ਸਾਧ ਸੰਗਤ ਜੀ ਉਹ ਸੁਖੀ ਹੋ ਗਏ। ਸਦਾ ਵਾਸਤੇ ਉਹਨਾਂ ਨੂੰ ਸੁੱਖ ਆਨੰਦ ਰਸ ਜੋ ਹੈ ਉਹ ਪ੍ਰਾਪਤ ਹੋਇਆ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਭਾਈ ਕੱਲ੍ਹ ਆਪ ਜੀ ਨੇ ਸੁਣਿਆ, ਜਿਹੜਾ ਪੁਰਸ਼ ਦਿਨੇ ਵੀ ਜਪੇ
ਰਾਤ ਨੂੰ ਵੀ ਜਪੇ, ਸੁੱਤਿਆਂ ਪਿਆਂ ਵੀ ਵਾਹਿਗੁਰੂ ਦਾ ਨਾਮ ਜਪੇ। ਹਜੂਰ ਮਹਾਰਾਜ ਕਹਿਣ ਲੱਗੇ, ਭਾਈ ਐਸੇ ਜੀਵ ਨੂੰ ਜੀਵ ਨਾ ਸਮਝੀ, ਉਹਨੂੰ ਵਾਹਿਗੁਰੂ ਦਾ ਰੂਪ ਸਮਝੀ। ਮਹਾਰਾਜ ਕਹਿਣ ਲੱਗੇ, ਐਸੇ ਰੱਬ ਦੇ ਪਿਆਰੇ ਦੇ ਜੇ ਦਰਸ਼ਨ ਹੋ ਜਾਣ, ਐਸੇ ਰੱਬ ਦੇ ਪਿਆਰੇ ਦੇ ਚਰਨਾਂ ਅੱਗੇ ਸਿਰ ਝੁਕਾਈ। ਕਿਉਂ? ਸਾਧ ਸੰਗਤ ਜੀ, ਉਹ ਮਨੁੱਖ ਰੱਬ ਦਾ ਰੂਪ ਹੈ ਜੋ ਦਿਨ ਰਾਤ ਹੀ ਵਾਹਿਗੁਰੂ ਨੂੰ ਜਪਦਾ ਹੈ। ਜੋ ਪ੍ਰਾਣੀ ਨਿਸ ਦਿਨ ਭਜੈ। ਪ੍ਰਾਣੀ ਕਿਹਨੂੰ ਕਹਿੰਦੇ ਆ? ਪ੍ਰਾਣੀ ਕਹਿੰਦੇ ਜਿਹੜੇ ਜਿਨ੍ਹਾਂ ਦੇ ਅੰਦਰ ਪ੍ਰਾਣ ਹਨ। ਅਸੀਂ ਸਾਰੇ ਪ੍ਰਾਣੀ ਹਾਂ ਸਾਧ ਸੰਗਤ ਜੀ, ਪ੍ਰਾਣ ਹਨ। ਜਿੰਨਾ ਚਿਰ ਪ੍ਰਾਣ ਹੈ ਉਹਨਾਂ ਚਿਰ ਸਾਡੇ ਸਰੀਰ ਵਿੱਚ ਸਵਾਸ ਹਨ, ਅਸੀਂ ਜਿਉਂਦੇ ਹਾਂ। ਪ੍ਰਾਣ ਨਿਕਲ ਗਏ ਫਿਰ ਮੌਤ ਹੋ ਜਾਂਦੀ ਹੈ। ਸਾਡਾ ਜੀਵਨ ਜਿਹੜਾ ਹੈ ਉਹ ਪ੍ਰਾਣਾਂ ਦੇ ਆਸਰੇ ਹੈ। ਮਹਾਰਾਜ ਕਹਿੰਦੇ ਜਿਹੜੇ ਪ੍ਰਾਣਾ ਧਾਰੀ ਜੀਵ ਵਾਹਿਗੁਰੂ ਦਾ ਦਿਨ ਰਾਤ ਹੀ ਨਾਮ ਜਪਦੇ ਆ, ਸੱਚੇ ਪਾਤਸ਼ਾਹ ਕਿਰਪਾ ਕਰਕੇ ਕਹਿੰਦੇ ਭਾਈ ਫਿਰ ਉਹ ਵਾਹਿਗੁਰੂ ਦਾ ਰੂਪ ਬਣ ਜਾਂਦੇ ਹਨ। ਸਾਧ ਸੰਗਤ ਜੀ, ਲੋਕ ਰੱਬ ਵਾਂਗ ਉਹਨਾਂ ਦਾ ਸਤਿਕਾਰ ਕਰਦੇ ਆ। ਇੱਕ ਜੀਵ ਨਹੀਂ, ਇਤਿਹਾਸ ਪੜ੍ਹ ਕੇ ਵੇਖ ਲਓ, ਬੜੇ ਜੀਵ ਐਸੇ ਭਰੋਸੇ ਵਾਲੇ ਹਨ ਜਿਨ੍ਹਾਂ ਨੇ ਦਿਨ ਰਾਤ ਵਾਹਿਗੁਰੂ ਦਾ ਨਾਮ ਜਪਿਆ। ਨਾਮ ਜਪ ਕੇ ਪਰਮ ਅਵਸਥਾ ਦੀ ਪ੍ਰਾਪਤੀ ਜੋ ਹੈ ਉਹਨਾਂ ਨੂੰ ਹੋਈ ਹੈ। ਹੁਣ ਆਪਾਂ ਅੱਗੋਂ ਅੱਜ ਦੇ 10 ਸ਼ਲੋਕਾਂ ਦੀ ਵਿਚਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਕਰਾ ਲੈਣ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ, ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਾਨੀ RAM ਨਾ ਚੇਤਈ। ਮਹਾਰਾਜ ਕਹਿਣ ਲੱਗੇ ਜਿਹੜਾ ਪ੍ਰਾਣੀ ਹੈ ਜੇ ਤੇ ਦਿਨ ਰਾਤ ਵਾਹਿਗੁਰੂ ਦਾ ਨਾਮ ਜਪੇ ਤੇ ਵਾਹਿਗੁਰੂ ਦਾ ਰੂਪ ਹੋ ਜਾਂਦਾ ਹੈ। ਪਰ ਕਈ ਪ੍ਰਾਣੀ ਐਸੇ ਹਨ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਮਦ ਮਾਇਆ ਕੈ ਅੰਧ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਕਹਿਣ ਲੱਗੇ ਮਾਇਆ ਦੇ ਨਸ਼ੇ ਵਿੱਚ ਉਹ ਅੰਨੇ ਹੋ ਗਏ ਹਨ। ਸੰਗਤ ਜੀ, ਕਹਿਣਾ ਸੌਖਾ ਹੈ, ਮਾਇਆ ਦਾ ਨਸ਼ਾ ਕਿਹਨੂੰ ਨਹੀਂ ਹੈ। ਸਾਰੇ ਮਾਇਆ ਦੇ ਨਸ਼ੇ ਵਿੱਚ ਗਲਤਾਨ ਹਨ। ਬਾਬਾ ਆਨੰਦ ਸਿੰਘ ਜੀ ਜੈਸੇ ਮਹਾਂਪੁਰਖ, ਉਹਨਾਂ ਦੇ ਬਚਨ ਉਹ ਅਰਦਾਸ ਕਰਦੇ, ਪਤਾ ਕੀ ਕਹਿੰਦੇ ਆ? ਕਹਿੰਦੇ ਆ, ਹੇ ਗੁਰੂ ਨਾਨਕ ਦੇਵ ਮਹਾਰਾਜ, ਮਹਾਰਾਜ ਅਸੀਂ ਵੀ ਅਜਾਮਲ ਵਰਗੇ ਪਾਪੀ ਹੀ ਹਾਂ। ਮਹਾਰਾਜ ਅਜਾਮਲ ਦਾ ਜਿਹੜਾ ਪਾਪ ਹੈ ਉਹ ਪ੍ਰਗਟ ਹੋ ਗਿਆ, ਸਾਡੇ ਗੁਪਤ ਨੇ ਪਰਦੇ ਪਏ ਹੋਏ ਆ। ਵੇਖੋ ਕਿੱਡੇ ਕਿੱਡੇ ਗੁਰਮੁਖ ਆਪਣੇ ਆਪ ਨੂੰ ਕੈਸੇ ਨਿਮਰਤਾ ਭਰਪੂਰ ਬਚਨ ਕਹਿੰਦੇ ਆ, ਤੇ ਅਸੀਂ ਫਿਰ ਕਾਹਦੇ ਪਾਣੀ ਹਾਰ ਹੈਗੇ ਆ ਜੀ। ਬੰਦਾ ਕੀ ਚੀਜ਼ ਹੈਗੀ ਹੈ ਜੀ। ਸੋ ਮਹਾਰਾਜ ਕਹਿੰਦੇ ਇਹ ਬੰਦਾ ਮਾਇਆ ਦੇ ਨਸ਼ੇ ਵਿੱਚ ਇੰਨਾ ਅੰਨਾ ਹੋਇਆ ਪਿਆ ਹੈ, ਇਹ ਰਾਮ ਨੂੰ ਚੇਤੇ ਨਹੀਂ ਕਰਦਾ। ਕਹੋ ਨਾਨਕ ਹਰ ਭਜਨ ਬਿਨ। ਬਿਨਾਂ ਵਾਹਿਗੁਰੂ ਦੇ ਭਜਨ ਤੋਂ ਬਗੈਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ, ਕਹਿੰਦੇ ਵਾਹਿਗੁਰੂ ਦੇ ਭਜਨ ਤੋਂ ਬਗੈਰ, ਸਿਮਰਨ ਤੋਂ ਬਗੈਰ, ਬਾਣੀ ਪੜ੍ਹਨ ਤੋਂ ਬਗੈਰ ਪਰਤ ਤਾਹੇ ਜਮ ਫੰਧ। ਐਸੇ ਬੰਦੇ ਨੂੰ ਫਿਰ ਜਮਾਂ ਦੀ ਫਾਈ ਪੈਂਦੀ ਹੈ ਗਲ ਵਿੱਚ। ਵੱਡਾ ਹੋਆ ਦੁਨੀਦਾਰ, ਗਲ ਸੰਗੜ ਧੱਤ ਚਲਾਇਆ। ਅੱਗੇ ਕਰਨੀ ਕੀਰਤ ਵਚ ਗਿਆ, ਬਹਿ ਲੇਖਾ ਕਰ ਸਮਝਾਇਆ। ਥਾਓ ਨਾ ਪਾਇਨ ਕੂੜਿਆਰ। ਮਹਾਰਾਜ ਕਹਿੰਦੇ ਉੱਥੇ ਫਿਰ ਝੂਠੇ ਥਾਂ ਨਹੀਂ ਪਾਉਂਦੇ, ਜਮਾਂ ਦੀ ਫਾਈ ਉਹਨਾਂ ਦੇ ਗਲ ਵਿੱਚ ਪੈਂਦੀ ਹੈ। ਥਾਓ ਨਾ ਹੋਵੀ ਪਾਉ ਦੀ, ਹੁਣ ਸੁਣੀਏ ਕਿਆ ਰੁਆਇਆ। ਮਹਾਰਾਜ ਕਹਿੰਦੇ ਫਿਰ ਰੋਂਦਾ ਫਿਰਦਾ। ਮਹਾਰਾਜ ਕਹਿੰਦੇ ਹੈ ਮਨ ਅੰਧਾ ਜਨਮ ਗਵਾਇਆ। ਮਨ ਮਾਇਆ 'ਚ ਅੰਨਾ ਹੋਇਆ ਪਿਆ, ਜਨਮ ਹੀ ਗਵਾ ਲਿਆ ਜੀ। ਸੰਗਤ ਜੀ, ਇਹ ਸ਼ਲੋਕਾਂ ਦੇ ਜਦੋਂ ਜਦੋਂ ਅਰਥ ਸੁਣਦੇ ਆ ਨਾ, ਜਾਂ ਜਦੋਂ ਜਦੋਂ ਪਾਠ ਕਰਨਾ, ਨਾਲ ਦੀ ਨਾਲ ਆਪਣੀ ਵੀ ਅਰਦਾਸ ਕਰਨੀ ਹੈ, ਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਸਾਨੂੰ ਬਖਸ਼ ਲਓ ਮਹਾਰਾਜ। ਕਿਉਂ?
ਮਹਾਰਾਜ ਜਿੰਨਾ ਭਜਨ ਕਰਨ ਲਈ ਆਪ ਕਹਿੰਦੇ ਹੋ, ਮਹਾਰਾਜ ਉਹਨਾਂ ਭਜਨ ਸਾਡੇ ਕੋਲ ਹੁੰਦਾ ਨਹੀਂ ਹੈ। ਓਨੀ ਬਾਣੀ ਨਹੀਂ ਪੜ੍ਹ ਹੁੰਦੀ, ਉਹਨਾਂ ਵਾਹਿਗੁਰੂ ਦਾ ਨਾਮ ਨਹੀਂ ਜਪ ਹੁੰਦਾ। ਸੋ ਮਹਾਰਾਜ ਸਾਨੂੰ ਬਖਸ਼ ਲਓ, ਕਿਉਂ ਬੜੇ ਬੜੇ ਸਖਤ ਬਚਨ ਵੀ ਮਹਾਰਾਜ ਨੇ ਕੀਤੇ ਆ ਇਹਨਾਂ ਸ਼ਲੋਕਾਂ ਵਿੱਚ। ਹਾਂਜੀ। ਸੁਖ ਮੈਂ ਬਹੁ ਸੰਗੀ ਭਏ। ਮਾਇਆ ਦਾ ਨਸ਼ਾ ਕਾਹਦੇ ਵਾਸਤੇ ਹੈ? ਆਪਣੇ ਸਾਕ ਸੰਬੰਧੀਆਂ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਪਰਿਵਾਰ ਵਾਸਤੇ ਹੀ ਇਕੱਠੇ ਕਰਦਾ ਫਿਰਦਾ ਹੈ ਨਾ। ਮਹਾਰਾਜ ਕਹਿੰਦੇ ਸੁਖ ਮੈਂ ਬਹੁ ਸੰਗੀ ਭਏ। ਸੁਖ ਵਿੱਚ ਤਾਂ ਬਹੁਤ ਲੋਕ ਸੰਗੀ ਹੁੰਦੇ ਆ। ਜਦੋਂ ਸੁਖ ਹੁੰਦਾ ਹੈ ਫਿਰ ਤਾਂ ਹਰ ਕੋਈ ਕਹਿੰਦਾ ਹੈ ਜੀ ਮੈਂ ਤੁਹਾਡਾ ਹਾਂ, ਮੈਂ ਤੁਹਾਡਾ ਹਾਂ। ਬਹੁਤ ਲੋਕ ਆ ਜਾਂਦੇ ਹਨ। ਦੁੱਖ ਮੈਂ ਸੰਗ ਨਾ ਕੋਏ। ਪਰ ਮਹਾਰਾਜ ਕਹਿਣ ਲੱਗੇ ਜਦੋਂ ਕਿਤੇ ਜੀਵ ਨੂੰ ਕਰਮਾਂ ਵਸ ਦੁੱਖ ਆਉਂਦਾ ਹੈ ਨਾ, ਫਿਰ ਨਹੀਂ ਕੋਈ ਸਾਥੀ ਬਣਦਾ ਜੀ। ਮਹਾਰਾਜ ਬਾਣੀ 'ਚ ਦੱਸਦੇ ਆ, ਮਨਮੁਖਾ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਮਾਇਆ ਦੀ ਦੋਸਤੀ ਹੈ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਜਿਚਰ ਪਹਿਨਣ ਖਾਵਨੇ, ਤਿਚਰ ਰੱਖਣ ਗੰਢ। ਜਿੰਨਾ ਚਿਰ ਤੇ ਤੁਹਾਡੇ ਕੋਲ ਪਾਉਣ ਵਾਸਤੇ ਵਧੀਆ ਪਦਾਰਥ ਨੇ, ਖਾਣ ਵਾਸਤੇ ਵਧੀਆ ਪਦਾਰਥ ਨੇ, ਪਾਉਣ ਲਈ ਵਧੀਆ ਲੀੜੇ ਕੱਪੜੇ ਹੈ, ਉਹਨਾਂ ਚਿਰ ਤੱਕ ਤੇ ਬੜੀ ਗੰਢ ਪ੍ਰੀਤੀ ਰਹਿੰਦੀ ਹੈ। ਮਿੱਠੇ ਮਿੱਠੇ ਬੋਲ ਵੀ ਬੋਲੇ ਜਾਂਦੇ ਆ। ਪਰ ਜਿਤ ਦਿਨ ਕਿਛੂ ਨਾ ਹੋ ਬਈ, ਤਿਤ ਦਿਨ ਬੋਲਣ ਗੰਦ। ਮਹਾਰਾਜ ਕਹਿੰਦੇ ਜਿੱਦਣ ਕੁਝ ਵੀ ਨਹੀਂ ਨਾ ਹੁੰਦਾ, ਉਹੋ ਹੀ ਯਾਰ ਬੇਲੀ ਜਿਹੜੇ ਬੜੇ ਸਾਥੀ ਬਣਦੇ ਆ, ਉਹ ਗਾਲਾਂ ਵੀ ਕੱਢਣ ਲੱਗ ਪੈਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਨੁੱਖ ਦਾ ਸੁਭਾਅ ਹੀ ਹੈ। ਮਹਾਰਾਜ ਕਹਿੰਦੇ ਸੁੱਖ ਵਿੱਚ ਤਾਂ ਸਾਰੇ ਹੀ ਤੇਰੇ ਸਾਥੀ ਨੇ, ਪਰ ਬੰਦਿਆ ਪ੍ਰਾਣੀ, ਦੁੱਖ ਵਿੱਚ ਤੇਰਾ ਸਾਥੀ ਕੋਈ ਨਹੀਂ ਹੈ। ਕਹੋ ਨਾਨਕ ਹਰਿ ਭਜ ਮਨਾ। ਇਸ ਕਰਕੇ ਜੇ ਕੋਈ ਦੁੱਖ ਵਿੱਚ ਵੀ ਸਾਥ ਦੇਣ ਵਾਲਾ ਤੇ ਉਹ ਵਾਹਿਗੁਰੂ ਹੈ। ਗੱਜ ਕੇ ਆਖੋ ਵਾਹਿਗੁਰੂ। ਇੱਕ ਵਿਅਕਤੀ ਤੇ ਬੜਾ ਦੁੱਖ ਆਇਆ, ਬੜਾ ਦੁੱਖ ਆਇਆ। ਨਾਮ ਜਪਦਾ ਸੀ, ਅਭਿਆਸ ਕਰਦਾ ਸੀ, ਖੂਬ ਅੱਲਾ ਦਾ ਨਾਮ ਜਪਣਾ। ਤੇ ਜਦੋਂ ਉਹਨੇ ਤੁਰਨਾ ਨਾ, ਤੇ 2 ਕਦਮ ਹੋਰ ਨਾਲ ਹੋਣੇ ਜੀ। ਉਹਨੂੰ ਮਹਿਸੂਸ ਹੋਣਾ ਅੱਲਾ ਮੇਰੇ ਨਾਲ ਹੈ। ਦੁੱਖ ਆ ਗਿਆ, ਰਿਸ਼ਤੇਦਾਰ ਵੀ ਸਾਥ ਛੱਡ ਗਏ, ਪਰਿਵਾਰ ਦੇ ਵੀ ਸਾਥ ਛੱਡ ਗਏ। ਤੇ ਦੁੱਖ ਵਿੱਚ ਨਾ ਉਹ ਜਿਹੜੇ 2 ਕਦਮ ਉਹਦੇ ਨਾਲ ਹੁੰਦੇ ਸਨ, ਉਹ ਵੀ ਵਿਖਣੋਂ ਬੰਦ ਹੋ ਗਏ। ਉਹਨੇ ਅੱਲਾ ਨੂੰ ਮਿਹਣਾ ਮਾਰਿਆ, ਕਹਿੰਦਾ ਅੱਲਾ, ਸੁਣਿਆ ਸੀ ਦੁੱਖ ਵਿੱਚ ਬੰਦੇ ਸਾਥ ਛੱਡ ਦਿੰਦੇ ਆ, ਅੱਲਾ ਨਹੀਂ ਸਾਥ ਛੱਡਦਾ। ਪਰ ਅੱਲਾ, ਦੁੱਖ ਵਿੱਚ ਤੇਰੇ ਕਦਮ ਵੀ ਵਿਖਣੇ ਬੰਦ ਹੋ ਗਏ ਆ। ਗੱਜ ਕੇ ਆਖੋ ਵਾਹਿਗੁਰੂ। ਇਹ ਕੀ ਗੱਲ ਹੈ? ਅੱਲਾ, ਤੂੰ ਵੀ ਆਮ ਪੁਰਸ਼ਾਂ ਵਰਗਾ ਹੀ ਹੈ। ਕਹਿੰਦੇ ਅੱਲਾ ਨੇ ਫਿਰ ਅੱਗੋਂ ਬਚਨ ਕੀਤਾ, ਆਵਾਜ਼ ਆਈ, ਨਹੀਂ ਭਲਿਆ ਮਾਨਸਾ, ਜਿਹੜੇ ਤੈਨੂੰ ਰੋਜ਼ 2 ਕਦਮ ਵਿਖਦੇ ਸਨ ਨਾ, ਵਿਖਣੋਂ ਬੰਦ ਹੋ ਗਏ। ਗੱਲ ਸਮਝ ਲੈ, ਤੈਨੂੰ ਤੇਰੇ ਕਦਮ ਵਿਖਣੋਂ ਬੰਦ ਹੋ ਗਏ, ਮੇਰੇ ਕਦਮਾਂ ਦਾ ਛਾਪਾ ਅਜੇ ਵੀ ਪਿਆ ਹੋਇਆ। ਕਹਿੰਦਾ ਕਿਵੇਂ? ਕਹਿੰਦੇ ਜਦੋਂ ਤੈਨੂੰ ਦੁੱਖ ਆਇਆ ਸੀ ਨਾ, ਤੇ ਮੈਂ ਤੈਨੂੰ ਝੋਲੀ 'ਚ ਚੁੱਕ ਲਿਆ ਸੀ। ਕਹਿਣ ਲੱਗੇ ਤੇ ਫਿਰ ਕਦਮ ਦੇ ਤੇ ਮੇਰੇ ਹੀ ਛਾਪੇ ਪੈਣੇ ਸੀ ਨਾ, ਤੇਰੇ ਕਦਮਾਂ ਦਾ ਤੇ ਛਾਪਾ ਹੀ ਨਹੀਂ ਸੀ ਹੈਗਾ, ਮੇਰੇ ਕਦਮਾਂ ਦਾ ਹੀ ਛਾਪਾ ਸੀਗਾ। ਅਸਲ ਵਿੱਚ ਮੈਂ ਤੈਨੂੰ ਝੋਲੀ 'ਚ ਚੁੱਕਿਆ ਹੋਇਆ ਸੀ। ਫਿਰ ਅੱਲਾ ਦੀ ਯਾਦ 'ਚ ਜੁੜ ਗਿਆ, ਅੱਛਾ ਅੱਲਾ, ਮੈਨੂੰ ਨਹੀਂ ਸੀ ਪਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਦੁੱਖ 'ਚ ਕੋਈ ਸੰਗ ਨਹੀਂ ਹੁੰਦਾ। ਕਹੋ ਨਾਨਕ ਭਜ ਹਰ ਮਨਾ। ਹੇ ਮਨਾ,
ਉਹ ਵਾਹਿਗੁਰੂ ਨੂੰ ਭਜਣਾ ਕਰ, ਜਪਣਾ ਕਰ। ਅੰਤ ਸਹਾਈ ਹੋਏ। ਕਿਉਂ? ਅੰਤ ਨੂੰ ਜਦੋਂ ਕਿਸੇ ਨੇ ਸਹਾਈ ਨਹੀਂ ਹੋਣਾ, ਉਦੋਂ ਵਾਹਿਗੁਰੂ ਨੇ ਤੇਰਾ ਸਹਾਈ ਹੋਣਾ। ਹਾਂਜੀ। ਜਨਮ ਜਨਮ ਭਰ ਮਤ ਫਿਰਿਓ। ਇੱਕ ਜਨਮ ਨਹੀਂ, ਕਈ ਜਨਮ ਕਹੇ ਵਾਹਿਗੁਰੂ, ਕਈ ਜਨਮ ਭਏ ਕੀਟ ਪਤੰਗਾ। ਜਨਮਾਂ ਜਨਮਾਂ ਤੋਂ ਆਪਾਂ ਭਟਕਦੇ ਫਿਰਦੇ ਹਾਂ ਸਾਧ ਸੰਗਤ ਜੀ, ਜਨਮਾਂ ਜਨਮਾਂ ਤੋਂ। ਕਈਆਂ ਨੂੰ ਮਨੁੱਖਾਂ ਦੇ ਸਰੀਰ ਹੀ ਮਿਲਦੇ ਰਹੇ ਆ, ਕਈਆਂ ਨੂੰ ਜਾਨਵਰਾਂ ਦੇ ਸਰੀਰ ਮਿਲਦੇ ਰਹੇ। ਇਹ ਤੇ ਮੰਨਣਾ ਪਏਗਾ ਜਿਹੜਾ ਅੰਦਰਲਾ ਜੀਵ ਹੈ ਇਹ ਜਨਮਾਂ ਜਨਮਾਂ ਤੋਂ ਹੀ ਚੱਲ ਰਿਹਾ ਹੈ, ਜਨਮਾਂ ਜਨਮਾਂ ਤੋਂ। ਕਈ ਜਨਮ ਲਏ ਆ, ਬਾਣੀ ਕਹਿੰਦੀ ਹੈ ਸੋ ਜਨਮ ਜਨਮ ਭਰਮਤ ਫਿਰਿਓ। ਤੇ ਜਿਹੜੀ ਜਨਮ ਲੈਣੇ ਨਾ ਬਾਰ ਬਾਰ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਟਕਣਾ ਹੀ ਹੈ, ਭਟਕਣਾ। ਕੋਈ ਵੀ ਬੰਦਾ ਹੈ ਉਹਨੂੰ ਭਟਕਣਾ ਚੰਗਾ ਨਹੀਂ ਲੱਗਦਾ। ਉਹ ਕਹਿੰਦਾ ਯਾਰਾ ਮੈਨੂੰ ਭਟਕਾਓ ਨਾ। ਭਟਕਿਆਂ ਸਫ਼ਰ ਕਈ ਵਾਰੀ ਬੜਾ ਲੰਬਾ ਹੋ ਜਾਂਦਾ ਹੈ। ਜਿਹੜਾ ਰਾਹ ਸੌਖਾ ਹੀ ਹੈ, ਬੰਦਾ ਅਗਿਆਨ ਵਸ ਭਟਕ ਜਾਂਦਾ ਹੈ, ਕਿੰਨਾ ਲੰਮਾ ਚੱਕਰ ਪੈ ਕੇ ਤੇ ਫਿਰ ਉੱਥੇ ਆਉਂਦਾ ਹੈ। ਭਟਕਣਾ ਵਿੱਚ ਬੜਾ ਦੁੱਖ ਹੈ ਜੀ। ਮਹਾਰਾਜ ਕਹਿੰਦੇ ਜਨਮਾਂ ਜਨਮਾਂ ਤੋਂ ਹੀ ਤੂੰ ਭਟਕ ਰਿਹਾ ਹੈ। ਜਿਸ ਰਾਏ ਆਉਣਾ ਸੀ ਨਾ ਉਸ ਰਾਏ ਨਹੀਂ ਤੂੰ ਆ ਰਿਹਾ। ਜਨਮਾਂ ਜਨਮਾਂ ਤੋਂ ਤੂੰ ਭਟਕ ਰਿਹਾ ਹੈ। ਮਿਟਿਓ ਨਾ ਜਮ ਕੋ ਤਰਾਸ। ਹਰ ਵਾਰ ਤੈਨੂੰ ਜਮਾਂ ਦਾ ਡਰ ਸਹਿਣਾ ਪੈਂਦਾ ਹੈ। ਜਦੋਂ ਜਨਮ ਹੁੰਦਾ ਹੈ, ਲੇਖਾ ਜੋਖਾ ਹੁੰਦਾ ਹੈ, ਜਮਾਂ ਦੇ ਰਾਹ ਤੇ ਤੁਰਨਾ ਪੈਂਦਾ, ਦੁੱਖ ਹੁੰਦੇ ਆ। ਮਹਾਰਾਜ ਕਹਿਣ ਲੱਗੇ ਕਦੀ ਵੀ ਜਮਾਂ ਦਾ ਤਰਾਸ, ਜਮਾਂ ਦਾ ਜਿਹੜਾ ਡਰ ਹੈ ਨਾ, ਇਹ ਨਹੀਂ ਮੁੱਕਿਆ। ਕਹੋ ਨਾਨਕ ਹਰ ਭਜ ਮਨਾ। ਹਰ ਵਾਰ ਹੀ ਲੇਖਾ ਦੇਣਾ ਪੈਂਦਾ, ਹਰ ਵਾਰ ਹੀ ਜਮਾਂ ਦੇ ਸਾਹਮਣੇ ਜਾਣਾ ਪੈਂਦਾ। ਮਿਟਿਓ ਨਾ ਜਮ ਕੋ ਤਰਾਸ। ਹਰ ਵਾਰ ਹਰ ਜਨਮ 'ਚ ਜਮਾਂ ਦਾ ਡਰ ਰਹਿੰਦਾ। ਇਸ ਕਰਕੇ ਮਨਾ ਉਸ ਵਾਹਿਗੁਰੂ ਨੂੰ ਭਜ। ਨਿਰਭੈ ਪਾਵਹਿ ਬਾਸ। ਹਜ਼ੂਰ ਮਹਾਰਾਜ ਕਹਿਣ ਲੱਗੇ ਫਿਰ ਤੂੰ ਨਿਰਭੈ ਹੋ ਜਾਏਗਾ, ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਨਾਮ ਜਪਣ ਵਾਲੇ ਜਿਹੜੇ ਆ ਉਹ ਜਮਾਂ ਤੋਂ ਨਹੀਂ ਡਰਦੇ। ਆਮ ਬੰਦਿਆਂ ਤੋਂ ਡਰਨ ਦੀ ਤੇ ਗੱਲ ਹੀ ਪਰਾਂ ਦੀ ਰਹਿ ਗਈ ਨਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪ ਵੀ ਮਹਾਰਾਜ ਸਰਕਾਰ ਤੋਂ ਨਹੀਂ ਡਰੇ ਜੀ, ਨੌਰੰਗੇ ਤੋਂ ਨਹੀਂ ਡਰੇ ਜੀ। ਬੜੇ ਉਹਨੇ ਪੁੱਠੇ ਸਿੱਧੇ ਸਵਾਲ ਕੀਤੇ, ਮੇਰੇ ਸਤਿਗੁਰੂ ਨਹੀਂ ਡਰੇ ਉਹਦੇ ਤੋਂ। ਨਿਰਭਉ ਅਵਸਥਾ ਪ੍ਰਾਪਤ ਹੁੰਦੀ ਹੈ। ਨਿਰਭਉ ਅਵਸਥਾ ਕਦੋਂ ਪ੍ਰਾਪਤ ਹੁੰਦੀ ਹੈ? ਜਦੋਂ ਨਿਰਭਉ ਵਾਹਿਗੁਰੂ ਦਾ ਜਾਪ ਕਰੇ ਕੋਈ। ਨਿਰਭਉ ਜਪੈ ਸਗਲ ਭਉ ਮਿਟੈ। ਸਗਲ ਭਉ ਮਿਟੈ। ਜਮਾਂ ਦਾ ਭਉ ਵੀ ਮਿਟ ਜਾਂਦਾ। ਜਮ ਫਿਰ ਬੰਦੇ ਤੋਂ ਡਰਦਾ ਹੈ, ਬੰਦੇ ਨੂੰ ਫਿਰ ਜਮ ਤੋਂ ਡਰਨ ਦੀ ਲੋੜ ਨਹੀਂ ਪੈਂਦੀ ਸਾਧ ਸੰਗਤ ਜੀ। ਸੋ ਮਹਾਰਾਜ ਕਹਿੰਦੇ ਤੂੰ ਉਹਨੂੰ ਭਜ, ਉਹਨੂੰ ਜਪ, ਨਿਰਭੈ ਹੋ ਜਾਏਗਾ, ਨਿਰਭੈ ਤੇਰਾ ਵਾਸਾ ਹੋਵੇਗਾ। ਜਤਨ ਬਹੁਤ ਮੈਂ ਕਰ ਰਹਿਓ। ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਉਪਦੇਸ਼ ਦਿਓ। ਮਹਾਰਾਜ ਦੁਰਮਤ ਤੋਂ ਕਿਵੇਂ ਬਚੀਏ? ਕੱਲ ਵੀ ਬੇਨਤੀ ਕੀਤੀ ਸੀ ਨਾ, ਦੁਰਮਤ ਬਹੁਤ ਭੈੜੀ ਹੈ। ਅਭਿਆਸੀ ਦਾ ਬੜੇ ਦੂਰ ਤੱਕ ਦੁਰਮਤ ਜਿਹੜੀ ਉਹ ਪਿੱਛਾ ਕਰਦੀ ਹੈ। ਭੈੜੀ ਮੱਤ, ਭੈੜੇ ਫੁਰਨੇ ਜਿਹੜੇ ਉਹ ਬਣਨੋਂ ਹੀ ਨਹੀਂ ਹਟਦੇ। ਬੰਦਾ ਬੜੇ ਯਤਨ ਕਰਦਾ ਹੈ, ਭੈੜੇ ਫੁਰਨੇ ਹਟਦੇ ਹੀ ਨਹੀਂ। ਬਿਲਕੁਲ ਸੱਚ ਹੈ ਕਿ ਝੂਠ ਹੈ ਜੀ? ਗੱਜ ਕੇ ਆਖੋ ਵਾਹਿਗੁਰੂ। ਦੱਸੋ ਹਾਂ, ਭੈੜੇ ਫੁਰਨੇ ਨਹੀਂ ਬਣਦੇ ਜੀ, ਬੜੇ ਬਣਦੇ ਜੀ ਅੰਦਰ ਜੀ। ਮਹਾਰਾਜ ਦੱਸਦੇ ਆ ਵੀ ਇਹਦੇ ਦੁਰਮਤ ਤੋਂ ਬਚਣਾ ਕਿਵੇਂ ਹੈ। ਫਿਰ ਪੜੋ। ਜਨਮ ਜਤਨ ਬਹੁਤ ਮੈਂ ਕਰ ਰਹਿਓ। ਹਜ਼ੂਰ ਮਹਾਰਾਜ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਆਪਣੇ ਤੇ ਗੱਲ ਲਾਉਂਦੇ ਆ, ਸਮਝਾਉਣ ਸਾਨੂੰ ਦਏ ਆ। ਜਤਨ ਬਹੁਤ ਮੈਂ ਕਰ ਰਹਿਓ। ਜਤਨ ਕੀ ਹੁੰਦਾ? ਯਤਨ ਕਰਨੇ, ਕੋਸ਼ਿਸ਼ਾਂ ਕਰਨੀਆਂ। ਮਹਾਰਾਜ ਕਹਿੰਦੇ ਬੜੇ ਯਤਨ ਮੈਂ ਕਰ ਹਟਿਆ। ਮਿਟਿਓ ਨਾ ਮਨ ਕੋ ਮਾਨ। ਮਨ ਦਾ ਮਾਣ ਨਹੀਂ ਮਿਟਿਆ।
ਮਨ ਦਾ ਮਾਣ ਨਹੀਂ ਮਿਟਿਆ। ਧਾਰਮਿਕ ਕੰਮਾਂ ਤੇ ਵੀ ਬੰਦੇ ਨੂੰ ਮਾਣ ਹੋ ਜਾਂਦਾ ਹੈ, ਮੈਂ ਕਥਾ ਕੀਤੀ ਹੈ, ਮੈਂ ਇੰਨਾ ਪਾਠ ਕਰ ਲਿਆ, ਮੈਂ ਇੰਨਾ ਜਪ ਤਪ ਕਰ ਲਿਆ, ਮੈਂ ਤੀਰਥ ਤੇ ਜਾ ਆਇਆ ਹਾਂ, ਬੜੇ ਮਾਣ ਨੇ। ਮਹਾਰਾਜ ਕਹਿੰਦੇ ਯਤਨ ਤੇ ਕਰਦੇ ਆ ਰੱਬ ਦੇ ਰਸਤੇ ਤੇ ਤੁਰਨ ਦੇ, ਪਰ ਮਿਟਿਓ ਨਾ ਮਨ ਕੋ ਮਾਨ, ਮਨ ਦਾ ਮਾਣ ਨਹੀਂ ਮਿਟਿਆ। ਤੇ ਸੰਗਤ ਜੀ, ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ, ਸ਼ਲੋਕਾਂ ਦੀ ਕਥਾ ਸੁਣਦਿਆਂ ਸੁਣਦਿਆਂ ਅਰਦਾਸ ਬੇਨਤੀਆਂ ਕਰਿਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਪਤਾ ਕਿਉਂ? ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ, ਇਹ ਗੱਲਾਂ ਸਾਡੇ ਲੈਵਲ ਦੀਆਂ ਨਹੀਂ ਹਨ ਜੀ, ਗੁਰਮੁਖਾਂ ਵਾਲੀਆਂ ਗੱਲਾਂ ਨੇ। ਹੁਣ ਵੇਖ ਲਓ, ਸਾਡਾ ਮਨ ਦਾ ਮਾਣ ਕਿਹੜਾ ਦੂਰ ਹੁੰਦਾ ਹੈ ਜੀ। ਕਿਸੇ ਨਾ ਕਿਸੇ ਗੱਲ ਦਾ ਮਾਣ ਆ ਹੀ ਜਾਂਦਾ ਬੰਦੇ ਨੂੰ ਜੀ। ਮਾਣ ਤੋਂ ਬਚਣਾ ਬੜਾ ਔਖਾ। ਮਾਣ ਕਹਿੰਦੇ ਸਭੈ ਕੋ ਖਾਏ, ਇਹ ਵੱਡੇ ਵੱਡੇ ਮੁੰਡੀਆਂ ਨੂੰ ਵੀ ਖਾ ਗਿਆ ਜੀ। ਮਾਣ ਹੋਣਾ ਪਤਾ ਕੀ ਹੁੰਦਾ ਜੀ? ਅੰਦਰ ਪੂਰਾ ਹੋਣਾ ਜੀ, ਵੀ ਮੈਂ ਧਾਰਮਿਕ ਹੈਗਾ, ਮੈਂ ਚੰਗਾ ਹੈਗਾ ਜੀ। ਬਾਹਰੋਂ ਝੂਠੀ ਦੀ ਨਿਮਰਤਾ ਵਿਖਾਉਣੀ ਜੀ, ਇਹੋ ਹੀ ਦੂਰ ਕਰਨੀ ਬੜੀ ਔਖੀ ਹੈ ਜੀ। ਇਹ ਹੈ ਦੁਰਮਤ। ਹਾਂਜੀ, ਦੁਰਮਤ ਸਿਓ ਨਾਨਕ ਫਧਿਓ। ਮਹਾਰਾਜ ਕਹਿਣ ਲੱਗੇ, ਭਾਈ ਇਸ ਤਰੀਕੇ ਨਾਲ ਜੀਵ ਬੰਦਾ ਜਿਹੜਾ ਇਹ ਭੈੜੀ ਮੱਤ ਵਿੱਚ ਫਸਿਆ ਹੋਇਆ, ਕਿਰਚ ਫਸਿਆ, ਭੈੜੀ ਮੱਤ ਵਿੱਚ। ਹਾਂਜੀ, ਰਾਖ ਲਿਹੋ ਭਗਵਾਨ। ਤੇ ਜੇ ਤੂੰ ਬਚਣਾ ਚਾਹੁੰਦਾ ਹੈ ਨਾ, ਫਿਰ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰ, ਰਾਖ ਲਿਹੋ ਭਗਵਾਨ, ਰਾਖ ਲਿਹੋ ਭਗਵਾਨ, ਰਾਖ ਲਿਹੋ ਭਗਵਾਨ, ਰਾਖ ਲਿਹੋ ਭਗਵਾਨ। ਆਪਣੇ ਆਪਣੇ ਮਨ ਨੂੰ ਬਿਲਕੁਲ ਸਿੱਧਾ ਤੇ ਸਪਸ਼ਟ ਕਰ ਲਈਏ ਜੀ, ਮਹਿਸੂਸ ਕਰੀਏ ਵਾਕਈ ਦੁਰਮਤ ਦਾ ਅਸਰ ਹੈਗਾ ਜੀ। ਹਾਂਜੀ, ਤੇ ਇਹਨੂੰ ਮਹਿਸੂਸ ਕਰਕੇ ਸਤਿਗੁਰੂ ਦੇ ਚਰਨਾਂ 'ਚ ਕਰੀਏ ਅਰਦਾਸ, ਰਾਖ ਲਿਹੋ ਭਗਵਾਨ, 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 ਰਾਖ ਲਿਹੋ ਭਗਵਾਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਤਰੀਕਾ ਦੱਸਦੇ ਹੈ ਰੱਬ ਅੱਗੇ ਕਿਵੇਂ ਅਰਦਾਸਾਂ ਬੇਨਤੀਆਂ ਕਰਨ। ਵਾਹਿਗੁਰੂ ਨੂੰ ਕਹਿਣਾ, ਵਾਹਿਗੁਰੂ ਮੈਨੂੰ ਆਪ ਹੀ ਰੱਖ ਲਓ, ਮੈਨੂੰ ਆਪ ਬਚਾ ਲਓ। ਬੰਦਾ ਚਾਹੇ ਇਹ ਨਹੀਂ ਤੇ ਬਚ ਸਕਦਾ, ਕੋਈ ਮਿਹਰ ਚਾਹੀਦੀ, ਕੋਈ ਕਿਰਪਾ ਚਾਹੀਦੀ ਹੈ। ਬਾਲ ਜਵਾਨੀ ਅਰ ਬਿਰਧ ਫੁਨ। ਸਾਧ ਸੰਗਤ ਜੀ, 3 ਅਵਸਥਾਵਾਂ ਦਾ ਜ਼ਿਕਰ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੇ ਕੀਤਾ, ਜਿਹੜੀਆਂ ਜੀਵ ਤੇ ਆਉਂਦੀਆਂ ਨੇ। ਬਾਲ ਅਵਸਥਾ ਵਿੱਚ ਵੀ ਦੁੱਖ ਹੀ ਹੈ ਜੀ, ਬੜੇ ਦੁੱਖ ਨੇ। ਜਵਾਨੀ ਵਿੱਚ ਵੀ ਦੁੱਖ ਹੈਗੇ ਆ ਜੀ। ਬਾਲ ਜਵਾਨੀ ਅਰ ਬਿਰਧ ਫੁਨ। ਅਰ ਬਿਰਧ, ਬਿਰਧ ਕੀ ਹੈ? ਬਜ਼ੁਰਗ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਮਹਾਰਾਜ ਕਹਿੰਦੇ ਬਜ਼ੁਰਗੀ ਵਿੱਚ ਵੀ ਦੁੱਖ ਹੈ। 3 ਹੀ ਅਵਸਥਾਵਾਂ ਨੇ ਨਾ, ਪਰ ਬੰਦਾ ਬੈਗ ਗੇਰ ਲਾਉਂਦਾ, ਬੁੱਢਾ ਹੋ ਕੇ ਵੀ ਬਚਪਨ ਦੀਆਂ ਗੱਲਾਂ ਕਰਨ ਲੱਗ ਪੈਂਦਾ। ਬਾਬਾ ਫਰੀਦ ਸਾਹਿਬ ਕਹਿੰਦੇ, ਅੱਗਾ ਨੇੜੇ ਆਇਆ, ਪਿੱਛਾ ਰਹਿਆ ਦੂਰ। ਹੁਣ ਤੇ ਗਾਂ ਦੀ ਗੱਲ ਕਰ, ਰੱਬ ਦੀ ਗੱਲ ਕਰ। ਕਹਿੰਦੇ ਇੱਕ ਬਾਲ ਅਵਸਥਾ ਹੈ, ਇੱਕ ਜਵਾਨੀ ਹੈ, ਇੱਕ ਬਿਰਧ ਹੈ। 3 ਅਵਸਥਾ ਜਾਨ। ਮਹਾਰਾਜ ਕਹਿੰਦੇ 3 ਹੀ ਅਵਸਥਾਵਾਂ ਨੇ। ਹਾਂਜੀ,
ਕਹੋ ਨਾਨਕ ਹਰ ਭਜਨ ਬਿਨ। ਸਰੀਰ ਤੇ ਜਾਂ ਬਚਪਨ ਆਏਗਾ ਜਾਂ ਜਵਾਨੀ ਜਾਂ ਬੁਢੇਪਾ ਆਏਗਾ ਜੀ। ਮਹਾਰਾਜ ਕਹਿੰਦੇ ਤਿੰਨਾਂ ਅਵਸਥਾਵਾਂ ਵਿੱਚ ਜੇ ਭਜਨ ਨਹੀਂ ਕੀਤਾ, ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਬਿਰਥਾ ਸਭ ਹੀ ਮਾਨ। ਸਮਝ ਲੈ ਤੇਰੀ ਜਵਾਨੀ ਬੇਅਰਥ ਹੈ, ਤੇਰਾ ਬਚਪਨ ਵੀ ਬੇਅਰਥ ਹੈ ਔਰ ਤੇਰੀ ਬਜ਼ੁਰਗੀ ਵੀ ਬੇਅਰਥ ਹੈ। ਹੁਣ ਸੰਗਤ ਜੀ, ਬਚਪਨ ਵਿੱਚ ਵੀ ਭਗਤ ਹੋਏ ਜੀ। ਭਗਤ ਪ੍ਰਹਿਲਾਦ ਜੀ ਬਚਪਨ ਦੇ ਭਗਤ। ਧਰੂ ਜੀ ਦਾ ਜੀਵਨ ਕਮਾਲ ਦਾ। 5 ਬਰਸ ਕੋ ਅਨਾਥ ਧਰੂ ਬਾਰਕ, ਜਿਨ੍ਹਾਂ ਆਪਣਾ ਬਚਪਨ ਸਫਲਾ ਕੀਤਾ। ਬਾਬਾ ਦੀਪ ਸਿੰਘ ਜੀ ਜੈਸੇ ਸ਼ਹੀਦ ਸਿੰਘ ਮਹਾਪੁਰਖ, ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਵੀ ਸਫਲੀਆਂ ਕੀਤੀਆਂ ਜੀ। ਤੇ ਸਾਧ ਸੰਗਤ ਜੀ, ਜਿਨ੍ਹਾਂ ਨੇ ਆਪਣੀ ਬਜ਼ੁਰਗੀ ਵੀ ਸਫਲੀ ਕੀਤੀ ਜੀ। ਇੱਕ ਗੁਰਸਿੱਖ ਦਾ ਹੀ ਜੀਵਨ ਲੈ ਲਿਆ। ਬਾਬਾ ਦੀਪ ਸਿੰਘ ਜੀ ਦਾ ਬਚਪਨ ਵੀ ਸਫਲਾ, ਉਹਨਾਂ ਦੀ ਜਵਾਨੀ ਵੀ ਸਫਲੀ, ਉਹਨਾਂ ਦੀ ਬਜ਼ੁਰਗੀ ਵੀ ਸਫਲੀ ਜੀ। ਤੇ ਮਹਾਰਾਜ ਕਹਿੰਦੇ ਬੰਦਿਆ, ਤਿੰਨੋਂ ਅਵਸਥਾਵਾਂ ਵਿੱਚ ਜੇ ਤੂੰ ਨਾਮ ਨਹੀਂ ਜਪਿਆ ਤੇ ਤਿੰਨੋਂ ਹੀ ਵਿਅਰਥ ਨੇ। ਮਾਂ ਪਿਓ ਕਹਿੰਦੇ ਆ ਜੀ ਅਜੇ ਬੱਚਾ ਹੈ ਜੀ, ਖੇਡਣ ਦਾ ਦਿਨ ਹੈਗੇ ਆ, ਮਾੜੀ ਗੱਲ ਹੈਗੀ ਹੈ ਜੀ। ਬਾਬਾ ਫਰੀਦ ਸਾਹਿਬ ਨੂੰ ਉਹਨਾਂ ਦੀ ਮਾਤਾ ਨੇ ਬਚਪਨ ਵਿੱਚ ਹੀ ਲਾਇਆ ਸੀਗਾ ਜੀ। ਜਵਾਨ ਹੋ ਗਿਆ ਜੀ, ਵਿਆਹ ਕਰ ਦਿੱਤਾ ਜੀ, ਹੁਣ ਇਹਨੇ ਪਰਿਵਾਰ ਵਿੱਚ ਪਰਚਣਾ ਹੈ ਜੀ, ਮਾੜੀ ਗੱਲ ਹੈ। ਵਿਆਹ ਕਰਨਾ ਜ਼ਿੰਮੇਵਾਰੀ ਹੈ, ਪਰ ਨਾਲ ਨਾਲ ਭਜਨ ਕਰਨਾ ਵੀ ਜ਼ਿੰਮੇਵਾਰੀ। ਜਵਾਨੀ ਮਿਲੀ, ਜਵਾਨੀ ਸਫਲੀ ਕੀਤੀ ਜਾਵੇ। ਬੁਢੇਪਾ ਫਿਰ ਤੇ ਇੰਦਰੀਆਂ ਹੀ ਨਹੀਂ ਕੰਮ ਕਰਦੀਆਂ ਤੇ ਨਾਮ ਕਿੱਥੋਂ ਜਪਿਆ ਜਾਂਦਾ ਜੀ। ਮਹਾਰਾਜ ਕਹਿੰਦੇ ਕਿਹੇ ਅਵਸਥਾ ਵਿੱਚ ਹੀ ਜਪ ਲੈ। ਬਚਪਨ ਦਾ ਜਪਿਆ ਜਵਾਨੀ 'ਚ ਸੁੱਖ ਦੇਵੇਗਾ, ਜਵਾਨੀ 'ਚ ਜਪਿਆ ਬਜ਼ੁਰਗੀ ਨੂੰ ਸੁੱਖ ਦੇਵੇਗਾ, ਬਜ਼ੁਰਗੀ 'ਚ ਜਪਿਆ ਮਰਨ ਤੋਂ ਬਾਅਦ ਸੁੱਖ ਦੇਵੇਗਾ ਜੀ। ਪਰ ਜੇ ਤਿੰਨਾਂ ਅਵਸਥਾਵਾਂ ਵਿੱਚ ਨਹੀਂ ਜਪਿਆ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵਿਅਰਥ ਹੈ, ਵਿਅਰਥ। ਕਰਨੋ ਹੁਤੋ ਸੋ ਨਾ ਕੀਓ। ਭਾਈ ਜੋ ਕਰਨਾ ਸੀਗਾ ਵਾਹਿਗੁਰੂ ਦਾ ਭਜਨ, ਉਹ ਨਹੀਂ ਕੀਤਾ। ਪਰਿਓ ਲੋਭ ਕੈ ਫੰਧ। ਬਸ ਲੋਭ ਹੀ ਪਿਆ ਰਿਹਾ ਵੀ ਇਧਰੋਂ ਵੀ ਮਿਲ ਜਾਵੇ, ਇਧਰੋਂ ਵੀ ਮਿਲ ਜਾਵੇ, ਇਧਰੋਂ ਵੀ ਮਿਲ ਜਾਵੇ। ਲੋਭ ਦੀ ਫਾਈ ਪਈ ਰਹੀ। ਮਹਾਰਾਜ ਕਹਿੰਦੇ ਹੁਣ ਫਾਈ ਗਲੋਂ ਲਾਉਣੀ ਕਿਹੜੀ ਸੌਖੀ ਹੈਗੀ ਹੈ ਜੀ। ਪਰਿਓ ਲੋਭ ਕੈ ਫੰਧ। ਮਹਾਰਾਜ ਕਹਿੰਦੇ ਲੋਭ ਦੀ ਫਾਈ ਪਈ ਰਹੀ, ਲਾਲਚ ਦੀ ਫਾਈ ਪਈ ਰਹੀ। ਨਾਨਕ ਸਮਿਓ ਰਮ ਰਹਿ ਗਇਓ। ਤੇ ਮਹਾਰਾਜ ਕਹਿੰਦੇ ਲਓ ਜੋ ਕਰਨਾ ਸੀ ਉਹ ਕੀਤਾ ਨਹੀਂ, ਤੇ ਸਮਿਓ ਸਮਾਂ ਜਿਹੜਾ ਉਹ ਫਿਰ ਨਿਕਲ ਗਿਆ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸਮਾਂ ਹੈ ਭਜਨ ਕਰਨ ਦਾ, ਨਹੀਂ ਕੀਤਾ, ਸਮਾਂ ਲੰਘ ਗਿਆ ਜੀ। ਇਹੋ ਜਿਹਾ ਬੰਦਾ ਜਦੋਂ ਸਮਾਂ ਹੁੰਦਾ ਉਦੋਂ ਭਜਨ ਨਹੀਂ ਕਰਦਾ, ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਭਰ ਤਰਵਰ ਜਬ ਉਛਲੇ ਤਬ ਤਰਣ ਦੁਹਿਲਾ। ਜਦੋਂ ਬੰਦਗੀ ਦਾ ਬੇੜਾ ਬੰਨਣਾ ਸੀ ਉਦੋਂ ਬੰਨਿਆ ਨਹੀਂ। ਅਜੇ ਲਹਿਰਾਂ ਸ਼ਾਂਤ ਨੇ, ਬੇੜੀ ਤਿਆਰ ਕਰੋ, ਕਿਸ਼ਤੀ ਤਿਆਰ ਕਰੋ। ਸਮਾਂ ਆਏਗਾ ਪਾਰ ਲੰਘਣਾ ਹੋਵੇ, ਉਸ ਕਿਸ਼ਤੀ ਤੋਂ ਬੰਦਾ ਪਾਰ ਲੰਘ ਜਾਂਦਾ ਜੀ। ਕਿਸ਼ਤੀ ਤਿਆਰ ਨਹੀਂ ਕੀਤੀ, ਉਧਰੋਂ ਬਾੜ ਆ ਗਈ ਜੀ। ਦੱਸੋ ਬੰਦਾ ਬਚੇਗਾ ਕਿ ਡੁੱਬੇਗਾ ਜੀ? ਡੁੱਬੇਗਾ। ਮਹਾਰਾਜ ਕਹਿੰਦੇ ਨਾਮ ਬੰਦਗੀ ਦਾ ਬੇੜਾ ਹੀ ਨਹੀਂ ਤਿਆਰ ਕੀਤਾ। ਆ ਜਿਹੜੇ ਜਪਜੀ ਸਾਹਿਬ ਦੇ ਪਾਠ ਕਰਦੇ, ਮੈਨੂੰ ਬੜੀ ਖੁਸ਼ੀ ਹੋਈ। ਸਿੰਘ ਨਾਲ ਹੀ ਇੱਥੇ ਰਹਿੰਦਾ ਰਿਹਾ, ਹੁਣ ਕੈਨੇਡਾ ਗਿਆ, ਉੱਥੇ ਹੀ ਰਹਿੰਦੇ ਆ। ਉਹਨੇ ਅੱਜ ਮੈਨੂੰ ਮੈਸੇਜ ਕੀਤਾ ਵੀ ਮਹਾਰਾਜ ਦੇ ਗੁਰਪੁਰਬ ਦੀ ਖੁਸ਼ੀ 'ਚ ਨਾ 50 ਪਾਠ ਜਪਜੀ ਸਾਹਿਬ ਦੇ ਮੈਂ ਕੀਤੇ ਆ, ਗੁਰਪੁਰਬ ਦੀ ਖੁਸ਼ੀ 'ਚ। ਬੜੀ ਖੁਸ਼ੀ ਹੋਈ ਜੀ। ਇਹ ਬੇੜਾ ਤਿਆਰ ਕਰ ਲਿਆ ਜੀ। ਕੀ ਤਿਆਰ ਕੀਤਾ? ਬੇੜਾ। ਗਾਂ ਤਰਨਾ ਹੋਏਗਾ, ਇਹਨਾਂ ਪਾਠਾਂ ਨੇ ਬਚਾ ਲੈਣਾ ਜੀ ਇਹਨੂੰ ਜੀ, ਇਸੇ ਬੰਦਗੀ ਨੇ ਬਚਾਉਣਾ ਜੀ। ਹਾਂਜੀ, ਲੰਗਰ ਤੇ ਛਕ ਲਏ ਤਰ੍ਹਾਂ ਤਰ੍ਹਾਂ ਦੇ, ਸਮਾਂ ਤੇ ਗਵਾ ਲਿਆ ਤੇ ਬਾਣੀ ਪੜ੍ਹੀ ਨਹੀਂ ਜੀ ਗੁਰਪੁਰਬ ਦੀ ਖੁਸ਼ੀ 'ਚ। ਗੱਜ ਕੇ ਆਖੋ ਵਾਹਿਗੁਰੂ। ਇਹ ਤੇ ਬਹਾਨਾ ਹੈਗਾ ਜੀ, ਸ਼ਤਾਬਦੀ ਹੈ, ਬਹਾਨਾ ਹੈਗਾ। ਸੰਗਤਾਂ ਸਾਰੀ ਦਿਹਾੜੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਇੱਥੇ ਜੀ।
ਜਿਹੜਾ ਇੱਥੇ ਨਹੀਂ ਆ ਸਕਦਾ ਘਰ ਬਹਿ ਕੇ ਪੜ੍ਹੇ ਜੀ, ਬਹਾਨਾ ਹੈਗਾ ਜੀ। ਮਹਾਰਾਜ ਕਹਿੰਦੇ ਜਦੋਂ ਸਮਾਂ ਲੰਘ ਜਾਂਦਾ ਹੈ, ਅਬ ਕਿਉਂ ਰੋਵਤ ਅੰਧ, ਹੁਣ ਫਿਰ ਅੰਧਿਆ ਕਿਉਂ ਰੋਂਦਾ ਫਿਰਦਾ, ਕਹਿਣ ਲੱਗੇ ਜਦੋਂ ਭਜਨ ਕਰਨ ਦਾ ਸਮਾਂ ਸੀ ਉਦੋਂ ਤੇ ਗਵਾ ਲਿਆ, ਉਦੋਂ ਤੇ ਗਵਾ ਲਿਆ। ਸ਼ੇਖ ਸ਼ਾਦੀ ਇੱਕ ਦਿਨ ਰੋਈ ਜਾਵੇ, ਰੋਈ ਜਾਵੇ, ਰੋਈ ਜਾਵੇ। ਉਹਦਾ ਉਸਤਾਦ ਕਹਿੰਦਾ ਕਿਉਂ ਰੋਂਦੇ ਆ? ਕਹਿੰਦਾ ਅੱਜ ਅੰਮ੍ਰਿਤ ਵੇਲਾ ਸੁੱਤਿਆਂ ਹੀ ਲੰਘ ਗਿਆ। ਸੁਣ ਕੇ ਬੜਾ ਹੋਇਆ ਵੀ ਸਾਡੇ ਤੇ ਲੰਘਦੇ ਹੀ ਰਹਿੰਦੇ ਆ ਜੀ। ਮਹਾਰਾਜ ਕਹਿੰਦੇ ਫਿਰ ਰੋਂਦਾ ਹੈ ਬੰਦਾ, ਜਦੋਂ ਸਮਾਂ ਲੰਘ ਜਾਂਦਾ ਫਿਰ ਰੋਣਾ ਪੈਂਦਾ। ਇਸ ਕਰਕੇ ਹੁਣ ਮਨੁੱਖਾ ਜਨਮ ਹੈ, ਸਮਾਂ ਹੈ, ਜਿੰਨਾ ਭਜਨ ਹੋ ਸਕਦਾ ਹੈ ਕਰ ਲਵੋ। ਮਨ ਮਾਇਆ ਮੈਂ ਰਮ ਰਹਿਓ, ਕਰੇ ਕਿੱਥੋਂ? ਮਨ ਤਾਂ ਮਾਇਆ ਵਿੱਚ ਰਮਿਆ ਪਿਆ, ਫਸਿਆ ਪਿਆ ਹੈ। ਨਿਕਸਤ ਨਾਹਿਨ ਮੀਤ, ਮਨ ਨਿਕਲਦਾ ਹੀ ਨਹੀਂ, ਮਨ ਨਿਕਲਦਾ ਹੀ ਨਹੀਂ। ਮਾਇਆ ਦਾ ਮਤਲਬ ਇਹ ਨਹੀਂ ਹੈਗਾ ਕੱਲਾ ਨੋਟ, ਮਾਇਆ ਦਾ ਅਰਥ ਭੁਲੇਖਾ ਹੈਗਾ ਜੀ। ਮਨ ਤੇ ਭੁਲੇਖੇ 'ਚ ਫਸਿਆ ਪਿਆ। ਮਹਾਰਾਜ ਕਹਿੰਦੇ ਆ ਮੇਰਾ ਹੈਗਾ। ਸਭ ਤੋਂ ਵੱਡਾ ਭਰਮ ਕੀ ਹੈ? ਭੱਬਾ ਭਰਮ ਮਿਟਾਵਹੁ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਮੈਂ ਇੱਥੇ ਸਦਾ ਹੀ ਰਹਿਣਾ, ਭੁਲੇਖਾ ਹੀ ਤਾਂ ਹੈ। ਮਨ ਤਾਂ ਮਹਾਰਾਜ ਕਹਿੰਦੇ ਨਿਕਲਦਾ ਹੀ ਨਹੀਂ ਹੈ ਮਾਇਆ ਚੋਂ। ਹਾਂਜੀ, ਨਾਨਕ ਮੂਰਤ ਚਿੱਤਰ ਜਿਉ, ਛਾਡਿਤ ਨਾਹਿਨ ਭੀਤ। ਪਹਿਲੇ ਸਮੇਂ ਵਿੱਚ ਕੰਧ ਉੱਤੇ ਚਿੱਤਰ ਬਣਾਏ ਜਾਂਦੇ ਸੀਗੇ ਜੀ। ਮਾਈਆਂ ਨੂੰ ਪਤਾ ਹੋਣਾ, ਕੰਧਾਂ ਨੂੰ ਲੇਪਣਾ, ਫਿਰ ਉਹਨਾਂ ਤੇ ਫੁੱਲ ਬੂਟੇ ਬਣਾਉਣੇ ਜੀ। ਉਹ ਫੁੱਲ ਬੂਟੇ ਕੰਧ ਨਹੀਂ ਛੱਡਦੇ ਜੀ, ਕੰਧ ਦੇ ਉੱਤੇ ਹੀ ਰਹਿੰਦੇ ਸੀ। ਉਹਦੇ ਉੱਤੇ ਭਾਵੇਂ ਕਲੀ ਹੋ ਜਾਂਦੀ ਸੀ, ਉਹ ਕੰਧ ਦੇ ਉੱਤੇ ਹੀ। ਉਹਨਾਂ ਕਿੱਥੇ ਜਾਣਾ ਜੀ, ਜਿਹੜੀ ਉੱਤੇ ਲਿਪਾਈ ਹੋ ਗਈ ਜੀ। ਮਹਾਰਾਜ ਕਹਿੰਦੇ ਜਿਵੇਂ ਉਹ ਕੰਧ ਨਹੀਂ ਸੀ ਨਾ ਛੱਡਦੇ ਚਿੱਤਰ, ਉਵੇਂ ਬੰਦੇ ਨੂੰ ਮਾਇਆ ਨਹੀਂ ਛੱਡਦੀ ਜੀ। ਗੁਰੂ ਤੇਗ ਬਹਾਦਰ ਸਾਹਿਬ, ਆਖੋ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਜਿਹੜਾ ਮਨ ਹੈ ਇਹ ਮਾਇਆ 'ਚ ਸਾਡਾ ਰਮਿਆ ਪਿਆ ਸੰਗਤ ਜੀ, ਰਮਿਆ ਪਿਆ। ਨਰ ਚਾਹਤ ਕਛ ਔਰ, ਹੁਣ ਬੰਦਾ ਚਾਹੁੰਦਾ ਤੇ ਹੈ ਜਦੋਂ ਮੈਂ ਉੱਤੇ ਜਾਵਾਂ ਜੰਮ ਮੈਨੂੰ ਕੁਛ ਨਾ ਕਹਿਣ, ਮੇਰਾ ਸਤਿਕਾਰ ਧਰਮ ਰਾਜਾ ਵੀ ਕਰੇ, ਮੇਰੇ ਸਾਰੇ ਪਾਸੇ ਜੈ ਜੈਕਾਰ ਹੋਵੇ, ਨਾ ਭਾਈ ਗੱਲਾਂ ਨਾ ਕਰੋ। ਆਖੋ ਵਾਹਿਗੁਰੂ। ਵਾਹ। ਮੇਰੀ ਜੈ ਜੈਕਾਰ ਹੋਵੇ। ਮਹਾਰਾਜ ਕਹਿੰਦੇ ਮਨੁੱਖ ਤਾਂ ਕੁਝ ਹੋਰ ਚਾਹੁੰਦਾ। ਹਾਂਜੀ, ਔਰੈ ਕੀ ਔਰੈ ਪਈ, ਪਰ ਕੁਝ ਹੋਰ ਹੀ ਹੋ ਜਾਂਦਾ ਹੈ ਜੀ। ਕਿਵੇਂ? ਚਿਤਵਤ ਰਹਿਓ ਠਗੌਰ। ਮਹਾਰਾਜ ਕਹਿੰਦੇ ਜਿਵੇਂ ਕੋਈ ਠੱਗ ਹੋਵੇ, ਕਿਸੇ ਨੂੰ ਠੱਗਣਾ ਚਾਹਵੇ ਵੀ ਮੈਂ ਇਹਨੂੰ ਠੱਗ ਲੈਣਾ ਹੈ, ਨਾਨਕ ਫਾਸੀ ਗੱਲ ਪਰੀ, ਪਰ ਆਪ ਹੀ ਠੱਗਿਆ ਜਾਵੇ। ਗੱਜ ਕੇ ਆਖੋ ਵਾਹਿਗੁਰੂ। ਉਹ ਹਾਲ ਹੀ ਜੀਵ ਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਹੁੰਦਾ ਹੈ ਮੇਰਾ ਸਤਿਕਾਰ ਹੋਵੇ, ਮੈਨੂੰ ਕੀ ਕਿਸੇ ਨੇ ਕੁਝ ਕਹਿਣਾ, ਮੈਂ ਬੜਾ ਧਾਰਮਿਕ ਬੰਦਾ। ਹਰ ਬੰਦਾ ਹੀ ਸਮਝੀ ਬੈਠਾ, ਪਰ ਉਹਨਾਂ ਨਾਮ ਨਹੀਂ ਜਪਦਾ ਜਿੰਨਾ ਜਪਣਾ ਚਾਹੀਦਾ। ਫਿਰ ਮਹਾਰਾਜ ਕਹਿੰਦੇ ਕੁਝ ਹੋਰ ਹੀ ਹੋ ਜਾਂਦਾ। ਪਤਾ ਹੀ ਉਦੋਂ ਲੱਗਦਾ ਜਦੋਂ ਜਮਾਂ ਦੀ ਫਾਹੀ ਪੈ ਜਾਂਦੀ ਹੈ। ਹਾਂਜੀ, ਜਤਨ ਬਹੁਤ ਸੁਖ ਕੇ ਕੀਏ। ਕਿਉਂ? ਜਿੰਨੇ ਯਤਨ ਨੇ ਨਾ ਸੰਗਤ ਜੀ ਸਾਡੇ ਸੁੱਖ ਵਾਸਤੇ ਹੀ ਹੈ, ਸੁੱਖ ਵਾਸਤੇ ਯਤਨ ਕਰਦੇ ਨਾ ਅਸੀਂ। ਗੱਜ ਕੇ ਆਖੋ ਵਾਹਿਗੁਰੂ। ਦੱਸੋ ਕਿਹੜਾ ਬੰਦਾ ਇੱਥੇ ਜਿਹੜਾ ਦੁਖੀ ਹੋਣ ਲਈ ਆਇਆ ਜੀ? ਹਰ ਬੰਦਾ ਚਾਹੁੰਦਾ ਮੈਂ ਸੁਖੀ ਹੋਵਾਂ, ਮੈਨੂੰ ਸੁੱਖ ਮਿਲਣਾ। ਸੁੱਖ ਵਾਸਤੇ ਫਿਰ ਯਤਨ ਵੀ ਬੜੇ ਕੀਤੇ ਜੀ। ਧਿਆਨ ਦਿਓ ਕਿਹੜੇ ਕਿਹੜੇ ਯਤਨ ਕੀਤੇ, ਆਪੇ ਹੀ ਸੋਚੋ। ਸੁੱਖ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਯਤਨ ਕੀਤੇ ਜੀ? ਬਚਪਨ ਤੋਂ ਹੀ ਲੱਗਾ ਹੁੰਦਾ ਬੰਦਾ ਜੀ, ਪੜ੍ਹਾਈ ਸ਼ੁਰੂ ਕਰ ਦਿੰਦਾ, ਫਿਰ ਮੈਂ ਵੱਡਾ ਹੋ ਕੇ ਆਹ ਕੰਮ ਕਰਨਾ, ਫਿਰ ਕਿਹੜੀ ਬੰਦ ਖਲਾਸੀ ਹੋ ਜਾਂਦੀ ਜੀ, ਫਿਰ ਬੁੱਢੇ ਹੋਣ ਤੱਕ ਢੋਈ ਜਾ ਖੋਤਿਆਂ ਵਾਂਗੂ, ਗਧਿਆਂ ਵਾਂਗੂ ਜੀ। ਸੁੱਖ ਦੇ ਹੀ ਯਤਨ ਕੀਤੇ ਬੰਦੇ ਨੇ, ਸੁੱਖ ਦੇ।
ਹਾਂਜੀ। ਦੁੱਖ ਕੋ ਕੀਓ ਨਾ ਕੋਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਐਸਾ ਕੋਈ ਜੀਵ ਨਹੀਂ ਜਿਹਨੇ ਦੁੱਖ ਪ੍ਰਾਪਤ ਕਰਨ ਲਈ ਯਤਨ ਕੀਤਾ ਹੋਵੇ ਜੀ। ਕੋਈ ਚਾਹੁੰਦਾ ਹੈ ਦੁੱਖ ਮਿਲੇ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਹਾਂਜੀ। ਕਹੋ ਨਾਨਕ ਸੁਨ ਰੇ ਮਨਾ। ਹੇ ਮਨਾ ਮਨ ਕਰਕੇ ਸੁਣ, ਹਰ ਭਾਵੈ ਸੋ ਹੋਏ। ਨਾ ਯਤਨਾਂ ਵਿੱਚ ਪਿਆ ਰਹੋ ਸੁੱਖ ਮਿਲਣ, ਸੁੱਖ ਦੇ ਯਤਨ ਕਰਦਾ ਫਿਰਦਾ, ਨਾ ਇਹਨਾਂ ਕੰਮਾਂ 'ਚ ਪਏ ਰਹੋ। ਉਹ ਹੋਣਾ ਜੋ ਵਾਹਿਗੁਰੂ ਨੂੰ ਭਾਉਂਦਾ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਉਹ ਹੋਣਾ ਜੋ ਮੇਰੇ ਵਾਹਿਗੁਰੂ ਨੂੰ ਪਾਉਂਦਾ ਹੈ। ਤੇ ਜੇ ਬੰਦਾ ਕਰੇ ਭਜਨ, ਫਿਰ ਤਾਂ ਵਾਹਿਗੁਰੂ ਜੀ ਜ਼ਿੰਦਗੀ 'ਚ ਸੌਖੀ ਸੁੱਖ ਲਿਖ ਦਿੰਦੇ ਜੀ। ਹਾਂਜੀ। ਜਗਤ ਭਿਖਾਰੀ ਫਿਰਤ ਹੈ। ਮਹਾਰਾਜ ਕਹਿੰਦੇ ਇੱਥੇ ਕੋਈ ਦਾਤਾ ਨਹੀਂ ਚਿਆਗਾ। ਮਤ ਸੋਚੋ ਕਿ ਇਹ ਰਾਜੇ ਨੇ ਕੁਝ ਦੇ ਦੇਣਾ। ਬੇਨਤੀ ਹੈ ਬੱਚੇ ਨੂੰ ਬਾਹਰ ਲੈ ਕੇ ਬੈਠ ਜਾਓ। ਸਾਰੀ ਸੰਗਤ ਜੁੜੀ ਹੈ, ਸਭ ਦੀ ਸੁਰਤ ਜਿਹੜੀ ਹੈ ਉਹ ਹਿੱਲਦੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਹਜੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਦੇ। ਇੱਥੇ ਕੋਈ ਦਾਤਾ ਨਹੀਂ ਹੈ ਸਾਧ ਸੰਗਤ ਜੀ। ਅਸੀਂ ਬੰਦਿਆਂ ਤੇ ਟੇਕ ਰੱਖਦੇ ਹਾਂ, ਆਹ ਸਾਨੂੰ ਕੁਝ ਦੇ ਦੇਗਾ, ਆਹ ਦੇ ਦੇਗਾ। ਨਹੀਂ, ਕੋਈ ਨਹੀਂ ਕੁਝ ਦੇ ਸਕਦਾ। ਜਗਤ ਭਿਖਾਰੀ ਫਿਰਤ ਹੈ। ਇੱਥੇ ਤਾਂ ਸਾਰੇ ਹੀ ਭਿਖਾਰੀ ਨੇ। ਹਾਂਜੀ। ਸਭ ਕੋ ਦਾਤਾ ਰਾਮ। ਸਭ ਨੂੰ ਦੇਣ ਵਾਲਾ ਕੌਣ ਹੈ? ਵਾਹਿਗੁਰੂ। ਰਾਮ ਉਹ ਦੇਣ ਵਾਲਾ ਹੈ। ਸਾਧੂ ਲੰਮੇ ਪਿਆ ਹੈ, ਰਾਜਾ ਲੰਘਿਆ, ਸਾਧੂ ਨੇ ਉੱਠ ਕੇ ਸਤਿਕਾਰ ਨਹੀਂ ਕੀਤਾ। ਰਾਜਾ ਆਪਣੀ ਸਵਾਰੀ ਤੋਂ ਉਤਰਿਆ, ਸਾਧੂ ਨੂੰ ਕਹਿਣ ਲੱਗਾ, ਸਾਧੂ ਕੁਝ ਮੰਗ ਲੈ ਮੇਰੇ ਕੋਲੋਂ। ਸਾਧੂ ਚੁੱਪ ਰਿਹਾ। ਕਹਿੰਦਾ ਸਾਧੂ ਕੁਝ ਮੰਗ ਲੈ। ਸਾਧੂ ਨੇ ਮੂੰਹ ਤੋਂ ਚਾਦਰ ਲਾਈ, ਵੇਖਿਆ ਰਾਜਾ ਹੈ। ਕਹਿੰਦੇ ਭਿਖਾਰੀ ਕੋਲੋਂ ਕੀ ਮੰਗਾ? ਗੱਜ ਕੇ ਆਖੋ ਵਾਹਿਗੁਰੂ। ਕਹਿੰਦਾ ਮੈਂ ਕਿਵੇਂ ਭਿਖਾਰੀ ਹਾਂ? ਕਹਿਣ ਲੱਗੇ ਸੱਚ ਸੱਚ ਦੱਸ, ਤੂੰ ਰੱਬ ਅੱਗੇ ਹੱਥ ਜੋੜ ਕੇ ਦਾਤਾ ਨਹੀਂ ਮੰਗਦਾ? ਕਹਿੰਦਾ ਮੰਗਦਾ। ਕਹਿੰਦੇ ਫਿਰ ਤੂੰ ਵੀ ਭਿਖਾਰੀ ਹੈਗਾ? ਕਹਿੰਦੇ ਮੈਂ ਸਗੋਂ ਛੋਟਾ ਭਿਖਾਰੀ ਹਾਂ, ਤੂੰ ਵੱਡਾ ਭਿਖਾਰੀ ਹੈ। ਤੂੰ ਬਹੁਤਾ ਕੁਝ ਇਕੱਠਾ ਕਰੀ ਬੈਠਾ ਹੈ। ਤੂੰ ਵੱਡਾ ਭਿਖਾਰੀ ਹੈ, ਮੈਂ ਛੋਟਾ ਭਿਖਾਰੀ ਹਾਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰਾ ਸੰਸਾਰ ਮੰਗਤਾ ਹੈ, ਮੰਗਤਾ। ਆਪਾਂ ਜਿੰਨੇ ਬੈਠੇ ਆ ਅਸੀਂ ਸਾਰੇ ਗੁਰੂ ਜੀ ਦੇ ਭਿਖਾਰੀ ਹਾਂ। ਖੁਦ ਗੁਰੂ ਅਮਰਦਾਸ ਜੀ ਬਾਣੀ 'ਚ ਲਿਖਦੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਇਹ ਵਾਹਿਗੁਰੂ ਤੂੰ ਹੀ ਹੈ ਦਾਤਾ। ਸਾਰਾ ਜਗਤ ਭਿਖਾਰੀ ਹੈ, ਸਾਰਿਆਂ ਨੂੰ ਦੇਣ ਵਾਲਾ ਕੌਣ ਹੈ? ਵਾਹਿਗੁਰੂ। ਹਾਂਜੀ। ਕਹੋ ਨਾਨਕ ਮਨ ਸਿਮਰਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੂੰ ਉਹਨੂੰ ਸਿਮਰ ਜਿਹੜਾ ਸਾਰੇ ਜਗਤ ਨੂੰ ਦੇਣ ਵਾਲਾ ਹੈ। ਬੰਦੇ ਕੀ ਜੋ ਲੇਵੇ ਓਟ, ਦੀਨ ਦੁਨੀ ਮਹਿਤਾਂ ਕੋ ਤੋਟ। ਮਨੁੱਖ ਦੀ ਓਟ ਲਵੇ, ਕਰਨ ਕਰਾਵਣ ਕਰਨੈ ਹਾਰ। ਮਾਨੁਖ ਕਹਿ ਕਿਛ ਨਾਹੀ ਹਾਥ, ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸਿਮਰ 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 ਪ੍ਰਭ ਸੋਏ, ਨਾਨਕ ਬਿਗਨ ਨਾ ਲਾਗਾ ਕੋਏ। ਇਹ ਵੀ ਅੱਗੇ ਜਾ ਕੇ ਕਿਰਪਾ ਕੀਤੀ ਮਹਾਰਾਜ ਨੇ। ਮਹਾਰਾਜ ਕਹਿੰਦੇ ਬੰਦਿਆਂ ਤੇ ਆਸ ਨਾ ਰੱਖ। ਬੰਦਾ ਕੀ ਕਰਦਾ? ਨਿੱਕੇ ਨਿੱਕੇ ਹੀ ਨਹੀਂ ਮਾਣਦੀ। ਮੈਂ ਵੇਖਦਾ ਰਹਿਣਾ ਸੈੱਲ ਬਣਾਉਂਦੇ ਆ ਜੀ ਆਪਣੇ ਨਾਲ ਬੰਦੇ ਗੰਢਦੇ ਆ ਜੀ, ਬੰਦੇ ਜੋੜਦੇ ਆ ਨਿੱਕੇ ਨਿੱਕੇ। ਹੈਰਾਨ ਹੋ ਜਾਈਦਾ। ਬੰਦਿਆਂ ਨਾਲ ਸੈੱਲ ਜੋੜਦੇ ਹੋ, ਗੁਰੂ ਸਾਹਿਬ ਨੇ ਸੈੱਲ ਜੋੜ ਲਏ ਜੀ। ਬੰਦਿਆਂ ਨਾਲ ਮਿੱਤਰਤਾ ਪਾਉਂਦੇ ਹੋ, ਗੁਰੂ ਸਾਹਿਬ ਨਾਲ ਪਾ ਲਓ ਜੀ। ਬੰਦਾ ਤੁਹਾਡਾ ਮਨ ਤੋੜ ਵੀ ਰਹੇਗਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਨੂੰ ਇਹੋ ਜਿਹਾ ਮਿੱਤਰ ਲੱਭਾ ਜਿਹਨੇ ਕਦੀ ਮੇਰਾ ਮਨ ਨਹੀਂ ਤੋੜਨਾ। ਉਹ ਹੈ ਵਾਹਿਗੁਰੂ।
ਹਰ ਲਬਦੋ ਮਿੱਤਰ ਸੁਮਿੱਤਰੋ, ਬਿਦਾਰਣ ਕਦੋਂ ਨਾ ਚਿਤੋ। ਇਹੋ ਜਿਹਾ ਮਿੱਤਰ ਮਿਲਿਆ ਜਿਹਨੇ ਕਦੀ ਮੇਰਾ ਮਨ ਨਹੀਂ ਤੋੜਿਆ। ਬੰਦੇ ਤੇ ਭੈੜਾ ਬੋਲ ਕੇ ਮਨ ਤੋੜ ਵੀ ਦਿੰਦੇ ਜੇ। ਰੱਬ ਨਹੀਂ ਮਨ ਤੋੜਦਾ, ਰੱਬ ਜੋੜਦਾ ਹੀ ਹੈ ਸਦਾ ਜੀ। ਆਖੋ ਵਾਹਿਗੁਰੂ। ਨਿੱਕੇ ਨਿੱਕੇ ਜਿਹੇ ਸੈੱਲ ਬਣਾਉਂਦੇ ਫਿਰਦੇ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੋ ਦਾਤਾ ਰਾਮ। ਇਸ ਗੱਲ ਤੇ ਭਰੋਸਾ ਰੱਖ, ਕਹਿਣ ਲੱਗੇ ਭਰੋਸਾ ਰੱਖ ਬੰਦਿਆ, ਦੇਣ ਵਾਲਾ ਰਾਮ ਹੈਗਾ ਜੀ, ਬੰਦਾ ਨਹੀਂ ਹੈਗਾ ਜੀ। ਕਹੋ ਨਾਨਕ ਮਨ ਸਿਮਰ ਤਿਹ। ਮਹਾਰਾਜ ਕਹਿੰਦੇ ਉਹਨੂੰ ਸਿਮਰ, ਪੂਰਨ ਹੋਵਹਿ ਕਾਮ। ਤੇਰੇ ਸਾਰੇ ਕੰਮ ਹੀ ਪੂਰੇ ਹੋਣਗੇ। ਮੈਂ ਜੀ ਉਸ ਬੰਦੇ ਤੇ ਆਸ ਰੱਖੀ, ਮੇਰਾ ਇਹ ਕੰਮ ਕਰਾ ਦੇਗਾ, ਉਹਨੇ ਜੀ ਮੇਰਾ ਕੰਮ ਹੀ ਨਹੀਂ ਕਰਾਇਆ ਜੀ। ਹੁਣ ਮੈਂ ਤੁਹਾਡੇ ਕੋਲ ਆਇਆ ਹਾਂ ਜੀ। ਇਸ ਤਰ੍ਹਾਂ ਤੁਹਾਨੂੰ ਬੰਦੇ ਮਿਲਦੇ ਹੋਣਗੇ। ਤੇ ਜੇ ਤੂੰ ਹੁਣ ਸਾਡੇ ਕੋਲ ਆਇਆ ਤਾਂ ਸਾਹੀਂ ਵੀ ਨਹੀਂ ਕੰਮ ਕਰਨਾ ਤੇਰਾ, ਅਧੂਰੀ ਆਸ ਰਹਿ ਜਾਣੀ ਹੈ। ਮਰ ਕਹਿੰਦੇ ਰੱਬ ਦਾ ਨਾਮ ਜਪਣ ਵਾਲਿਆਂ ਦੀ ਕੋਈ ਆਸ ਅਧੂਰੀ ਨਹੀਂ ਰਹਿੰਦੀ। ਉਹਨਾਂ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੁੰਦੀਆਂ ਜੀ। ਪੂਰੀ ਆਸਾ ਜੀ ਮਨਸਾ ਮੇਰੇ ਮਨਸਾ ਮੇਰੇ ਰਾਮ। ਆਸਾ ਤੇ ਮਨਸਾ। ਆਸ ਕਿਹਨੂੰ ਕਹਿੰਦੇ ਭਲਾ? ਬੜੇ ਚਿਰ ਦੀ ਮਨ 'ਚ ਖਵਾਇਸ਼ ਹੋਵੇ ਜੀ, ਉਹਨੂੰ ਆਸ ਕਹਿੰਦੇ ਜੀ। ਮਨਸਾ ਕਿਹਨੂੰ ਕਹਿੰਦੇ? ਤਤਕਾਲ ਇੱਛਾ ਪੈਦਾ ਹੋਈ ਜੀ। ਕਹਿੰਦੇ ਰੱਬ ਆਸਾ ਵੀ ਪੂਰੀ ਕਰ ਦਿੰਦਾ ਤੇ ਮਨਸਾ ਵੀ ਪੂਰੀ ਕਰ ਦਿੰਦਾ ਜੀ। ਸੱਚੇ ਪਾਤਸ਼ਾਹ ਐਸੇ ਨੇ। ਏਕੋ ਨਾਮ ਧਿਆਵੇ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ ਪੂਰਾ। ਬਾਣੀ ਪੜੋ, ਨਿਤਨੇਮ ਵਧਾਓ, ਕਿਉਂ ਨਹੀਂ ਤੁਹਾਡੇ ਕੰਮ ਹੋਣਗੇ। ਇੱਕ ਬੰਦਾ ਦਫ਼ਤਰ 'ਚ, ਸਾਡੇ ਇੰਡੀਆ 'ਚ ਤਾਂ ਇਹੋ ਕੁਝ ਹੀ ਆ ਜੀ। ਹਾਂਜੀ, ਉਹ ਆਮ ਹੀ ਕਹਿੰਦੇ ਜਦੋਂ ਕੰਮ ਨਾ ਬਣੇ, ਕਹਿੰਦੇ ਦਫ਼ਤਰ 'ਚ ਧੱਕੇ ਖਾ ਕੇ ਆਇਆ ਜੀ। ਇੰਝ ਹੀ ਕਹਿੰਦੇ ਨਾ ਜੀ। ਇੱਕ ਬੰਦਾ ਨਾ ਜੀ, ਕੋਈ ਕੰਮ ਸੀਗਾ ਪਾਸਪੋਰਟ ਦਾ ਜੀ, ਰੋਜ਼ ਹੀ ਧੱਕੇ। ਉਹ ਗੱਲ ਹੀ ਨਾ ਸੁਣਨ ਜੀ। ਅੱਗੋਂ ਗੁਰਮੁਖਾਂ ਨੂੰ ਮਿਲਿਆ ਜੀ, ਮੇਰੇ ਸਾਹਮਣੇ ਦੀ ਗੱਲ। ਗੁਰਮੁਖ ਕਹਿੰਦੇ ਨਿਤਨੇਮ ਵਧਾ ਆਪਣਾ, ਭਜਨ ਕਰ, ਬਾਣੀ ਪੜ੍ਹਿਆ ਕਰ, ਨਿਤਨੇਮ ਵਧਾ। ਹਾਂਜੀ, 4 ਦਿਨ ਨਿਤਨੇਮ ਕੀਤਾ, 5ਵੇਂ ਦਿਨ ਕਹਿੰਦਾ ਜੀ ਕੰਮ ਹੋ ਗਿਆ। ਆਖੋ ਵਾਹਿਗੁਰੂ ਵਾਹਿਗੁਰੂ। ਜਿਹੜਾ ਕੰਮ 1 ਸਾਲ ਤੋਂ ਨਹੀਂ ਹੋਇਆ ਜੀ। ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੈ ਕਾਮ। ਕਾਮ। ਸਾਰੇ ਕੰਮ ਪੂਰੇ ਹੋਣਗੇ ਮਹਾਰਾਜ ਕਹਿੰਦੇ। ਗੱਲ ਤੇ ਹੁਣ ਸੰਗਤ ਦੀ ਭਰੋਸੇ ਦੀ ਹੈ ਨਾ। ਭਰੋਸਾ ਵੱਧਦੇ ਤੇ ਠੀਕ ਆ, ਨਹੀਂ ਤੇ ਫਿਰ ਧੱਕੇ ਤੇ ਹੈਗੇ ਹੀ ਆ। ਫਿਰ ਜਿਹੜਾ ਨਾਮ ਜਪਦਾ ਉਹ ਧੱਕਿਆਂ ਤੋਂ ਬਚ ਜਾਂਦਾ, ਸੰਸਾਰ ਦੇ ਵੀ ਤੇ ਜਮਾਂ ਦੇ ਵੀ। ਤੇ 3 ਮਿੰਟ ਰਹਿ ਗਏ 'ਚ ਜਪ ਲਓ ਨਾਮ। ਤੇ ਬੇਨਤੀ ਹੈ, ਅੱਜ ਗੁਰੂ ਕੇ ਮਹਿਲ ਕਥਾ ਸੀਗੀ ਜੀ, ਜਿੱਥੇ ਮਹਾਰਾਜ ਦਾ ਆਗਮਨ ਹੋਇਆ ਜੀ। ਉੱਥੋਂ ਪ੍ਰਸ਼ਾਦ ਮਿਲਿਆ ਜੀ। ਹਾਂਜੀ, ਆਪਾਂ ਸਾਰੀ ਸੰਗਤ ਨਹੀਂ ਛਕਾਂਗੇ। ਮੈਨੂੰ ਇਕੱਲੇ ਨੂੰ ਮਿਲਿਆ ਤੇ ਮੈਂ ਕਿਉਂ ਆਖਾਂ ਵੀ ਮੇਰਾ ਹੀ ਹੈ। ਤੁਹਾਡੀ ਕਿਰਪਾ ਨਾਲ ਹੀ ਮਿਲਿਆ ਸਾਰਿਆਂ ਦੀ। ਉਹ ਸਵਾਇਆ ਕਿਣਕਾ ਕਿਣਕਾ ਆਪਾਂ ਸਾਰੇ ਹੀ ਛਕਾਂਗੇ। 2 ਮਿੰਟ ਦੀ ਹੋਰ ਗੱਲ ਹੈ, ਨਾਮ ਜਪ ਲਓ, ਫਿਰ ਪ੍ਰਸ਼ਾਦ ਲੈ ਕੇ ਸਾਰੇ ਜਾਇਓ। ਵਾਹਿਗੁਰੂ 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 ਵਾਹਿਗੁਰੂ। ਪ੍ਰੇਮ ਨਾਲ ਜਪੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਰੇ ਕੰਮ ਪੂਰੇ ਹੋਣਗੇ, ਕੋਈ ਅਧੂਰਾ ਨਹੀਂ ਰਹੇਗਾ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ
ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਸਾਰੀ ਬਾਣੀ ਚ ਮਹਾਰਾਜ ਨੇ ਇਸ ਗੱਲ ਤੇ ਜ਼ੋਰ ਦਿੱਤਾ, ਸਿਮਰਨ ਤੇ। ਮਨ ਨਹੀਂ ਸੁਣਦਾ, ਕਹੋ ਨਾਨਕ ਸੁਨ ਰੇ ਮਨਾ। ਗੱਜ ਕੇ ਕਹੋ ਨਾਨਕ ਸੁਨ ਰੇ ਮਨਾ। ਕਹਿੰਦੇ ਰੱਬ ਨਹੀਂ ਸੁਣਦਾ ਸਾਡੀ ਗੱਲ। ਚੇਤਾ ਰੱਖਿਓ, ਜਿੱਦਣ ਮਨ ਨੇ ਨਾਮ ਸੁਣ ਲਿਆ ਸਮਝੋ ਰੱਬ ਨੇ ਗੱਲ ਸੁਣ ਲਈ ਜੀ। ਮਨ ਹੀ ਰੱਬ ਹੈਗਾ ਜੀ, ਇਹੋ ਹੀ ਨਹੀਂ ਸੁਣਦਾ ਜੀ। ਰੱਬ ਦੇ ਕੰਨ ਕੀ ਹੈਗੇ ਜੀ? ਰੱਬ ਦੇ ਕੰਨ ਮਨ ਹੈਗੇ ਜੀ। ਮਨ ਸਾਡਾ ਰੱਬ ਦੇ ਕੰਨ ਨੇ ਜੀ। ਹਾਂਜੀ, ਜਿੱਦਣ ਮਨ ਨੇ ਸੁਣ ਲਿਆ ਉਦੋਂ ਸਮਝੋ ਗੱਲ ਬਣ ਜਾਣੀ। ਮਹਾਰਾਜ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ